ਸਾਧ ਸੰਗਤ ਜੀ ਕਹਿੰਦੇ ਹਨ ਕਿ ਇਸ ਧਰਤੀ ਉੱਤੇ ਆਉਣ ਵਾਲਾ ਹਰ ਜੀਵ ਕਿਸੇ ਨਾ ਕਿਸੇ ਮਕਸਦ ਨਾਲ ਭੇਜਿਆ ਜਾਂਦਾ ਹੈ ਅਤੇ ਕਈ ਵਾਰੀ ਪਰਮਾਤਮਾ ਆਪਣੇ ਸੰਦੇਸ਼ ਮਨੁੱਖ ਤੱਕ ਸਿੱਧੇ ਨਹੀਂ ਪਰ ਆਪਣੇ ਬਣਾਏ ਜੀਵਾਂ ਰਾਹੀਂ ਪਹੁੰਚਾਉਂਦਾ ਹੈ। ਇਸੇ ਗੱਲ ਨੂੰ ਸਮਝਾਉਣ ਲਈ ਪੁਰਾਣੇ ਸਮੇਂ ਦੀ ਇੱਕ ਅਜਿਹੀ ਸਾਖੀ ਸੁਣੀ ਜਾਂਦੀ ਹੈ ਜੋ ਮਨੁੱਖ ਦੇ ਅੰਦਰ ਦਇਆ, ਸਬਰ ਅਤੇ ਕਰਮ ਦੀ ਸੱਚੀ ਸਮਝ ਪੈਦਾ ਕਰਦੀ ਹੈ ਅਤੇ ਇਹ ਸਾਖੀ ਮਹਾਨ ਗੁਰਮਤਿ ਪਰੰਪਰਾ ਨਾਲ ਜੁੜੀ ਹੋਈ ਮੰਨੀ ਜਾਂਦੀ ਹੈ, ਜਿਸ ਦੀ ਪ੍ਰੇਰਣਾ ਸਾਨੂੰ ਮਿਲਦੀ ਹੈ ਮਹਾਨ ਸੰਤ ਅਤੇ ਜਗਤ ਗੁਰੂ ਗੁਰੂ ਨਾਨਕ ਦੇਵ ਜੀ ਦੀ ਸਿੱਖਿਆ ਤੋਂ ਕਿ ਹਰ ਜੀਵ ਵਿੱਚ ਵਾਹਿਗੁਰੂ ਦੀ ਜੋਤ ਵਸਦੀ ਹੈ। ਕਹਾਣੀ ਅਨੁਸਾਰ ਇੱਕ ਛੋਟੇ ਪਿੰਡ ਵਿੱਚ ਇੱਕ ਧਨਵਾਨ ਪਰਿਵਾਰ ਰਹਿੰਦਾ ਸੀ, ਜਿਸ ਦੇ ਘਰ ਵਿੱਚ ਦੌਲਤ ਦੀ ਕੋਈ ਘਾਟ ਨਹੀਂ ਸੀ, ਪਰ ਮਨ ਦੀ ਸ਼ਾਂਤੀ ਕਿਤੇ ਗੁੰਮ ਹੋ ਚੁੱਕੀ ਸੀ। ਕਦੇ ਬਿਮਾਰੀ ਆ ਜਾਂਦੀ, ਕਦੇ ਘਰ ਵਿੱਚ ਝਗੜੇ ਹੋ ਜਾਂਦੇ, ਕਦੇ ਕਾਰੋਬਾਰ ਵਿੱਚ ਨੁਕਸਾਨ ਹੋ ਜਾਂਦਾ ਅਤੇ ਘਰ ਦੀ ਮਾਲਕਣ ਹਰ ਰੋਜ਼ ਰੱਬ ਕੋਲ ਅਰਦਾਸ ਕਰਦੀ ਕਿ ਮੇਰੇ ਘਰੋਂ ਇਹ ਦੁੱਖ ਕਿਉਂ ਨਹੀਂ ਜਾਂਦੇ। ਉਸੇ ਪਿੰਡ ਦੇ ਕੋਨੇ ਵਿੱਚ ਇੱਕ ਬੁੱਢਾ ਗੁਰਮੁਖ ਰਹਿੰਦਾ ਸੀ, ਜੋ ਹਮੇਸ਼ਾ ਕਹਿੰਦਾ ਸੀ ਕਿ ਦੁੱਖ ਕਿਸਮਤ ਨਹੀਂ ਕਰਮਾਂ ਦੀ ਛਾਂ ਹੁੰਦੇ ਹਨ, ਪਰ ਲੋਕ ਉਸ ਦੀ ਗੱਲ ਨੂੰ ਗੰਭੀਰਤਾ ਨਾਲ ਨਹੀਂ ਲੈਂਦੇ ਸਨ। ਇੱਕ ਦਿਨ ਸਵੇਰੇ ਸਵੇਰੇ ਜਦੋਂ ਧੁੰਦ ਹੌਲੀ ਹੌਲੀ ਖੁੱਲ ਰਹੀ ਸੀ ਤਾਂ ਇੱਕ ਪਤਲਾ ਜਿਹਾ ਭੁੱਖਾ ਕੁੱਤਾ ਉਸ ਘਰ ਦੇ ਦਰਵਾਜ਼ੇ ਅੱਗੇ ਆ ਕੇ ਚੁੱਪਚਾਪ ਬੈਠ ਗਿਆ। ਉਹ ਨਾ ਭੌਂਕਦਾ ਸੀ ਨਾ ਸ਼ੋਰ ਕਰਦਾ ਸੀ, ਸਿਰਫ ਅੱਖਾਂ ਵਿੱਚ ਇੱਕ ਅਜੀਬ ਉਮੀਦ ਲੈ ਕੇ ਦਰਵਾਜ਼ੇ ਵੱਲ ਤੱਕਦਾ ਰਿਹਾ। ਘਰ ਦੇ ਨੌਕਰ ਨੇ ਉਸ ਨੂੰ ਵੇਖ ਕੇ ਡੰਡਾ ਚੁੱਕਿਆ, ਪਰ ਅੰਦਰੋਂ ਬੁੱਢੀ ਮਾਤਾ ਨੇ ਆਵਾਜ਼ ਮਾਰੀ ਕਿ ਬੇਜ਼ਬਾਨ ਨੂੰ ਨਾ ਮਾਰੋ। ਉਸਨੇ ਕਿਹਾ, ਰਹਿਣ ਦੇ, ਵੇਖੀਏ ਇਹ ਕੀ ਕਰਦਾ ਹੈ। ਕੁੱਤਾ ਕਈ ਘੰਟੇ ਉੱਥੇ ਹੀ ਬੈਠਾ ਰਿਹਾ ਜਿਵੇਂ ਕਿਸੇ ਦੀ ਉਡੀਕ ਕਰ ਰਿਹਾ ਹੋਵੇ। ਫਿਰ ਜਦ ਮਾਲਕਣ ਬਾਹਰ ਆਈ ਤਾਂ ਉਸਨੇ ਉਸ ਨੂੰ ਵੇਖਿਆ ਅਤੇ ਦਿਲ ਵਿੱਚ ਅਚਾਨਕ ਦਇਆ ਜਾਗ ਪਈ। ਉਸਨੇ ਰਸੋਈ ਤੋਂ ਸੁੱਕੀ ਰੋਟੀ ਲਿਆ ਕੇ ਉਸਦੇ ਅੱਗੇ ਰੱਖ ਦਿੱਤੀ। ਕੁੱਤੇ ਨੇ ਬੜੀ ਸ਼ਾਂਤੀ ਨਾਲ ਉਹ ਰੋਟੀ ਖਾਧੀ, ਫਿਰ ਉਸਦੀ ਵੱਲ ਵੇਖ ਕੇ ਆਪਣੀ ਪੁੱਛ ਹਿਲਾਈ ਅਤੇ ਚੁੱਪਚਾਪ ਚਲਾ ਗਿਆ। ਉਸ ਦਿਨ ਤੋਂ ਬਾਅਦ ਘਰ ਵਿੱਚ ਅਜੀਬ ਤਬਦੀਲੀਆਂ ਆਉਣ ਲੱਗੀਆਂ। ਲੰਮੇ ਸਮੇਂ ਤੋਂ ਰੁਕਿਆ ਕਾਰੋਬਾਰ ਅਚਾਨਕ ਚੱਲ ਪਿਆ। ਘਰ ਦੇ ਬਿਮਾਰ ਬਜ਼ੁਰਗ ਦੀ ਤਬੀਅਤ ਸੁਧਰਨ ਲੱਗੀ ਅਤੇ ਘਰ ਵਿੱਚ ਝਗੜੇ ਘੱਟ ਹੋ ਗਏ, ਪਰ ਕਿਸੇ ਨੇ ਇਸ ਗੱਲ ਨੂੰ ਕੁੱਤੇ ਨਾਲ ਨਹੀਂ ਜੋੜਿਆ। ਕੁਝ ਦਿਨਾਂ ਬਾਅਦ ਉਹੀ ਕੁੱਤਾ ਫਿਰ ਆਇਆ, ਪਰ ਇਸ ਵਾਰ ਘਰ ਦਾ ਜਵਾਨ ਪੁੱਤਰ ਗੁੱਸੇ ਵਿੱਚ ਸੀ ਕਿਉਂਕਿ ਉਸ ਦਾ ਕੰਮ ਖਰਾਬ ਹੋ ਗਿਆ ਸੀ। ਉਸਨੇ ਸੋਚਿਆ ਇਹ ਹਰ ਰੋਜ਼ ਆ ਜਾਂਦਾ ਹੈ ਅਤੇ ਉਸਨੇ ਪੱਥਰ ਚੁੱਕ ਕੇ ਉਸ ਵੱਲ ਸੁੱਟ ਦਿੱਤਾ। ਪੱਥਰ ਉਸਦੇ ਪੈਰ ਵਿੱਚ ਲੱਗਿਆ ਅਤੇ ਕੁੱਤਾ ਦਰਦ ਨਾਲ ਚੀਕਦਾ ਹੋਇਆ ਦੂਰ ਭੱਜ ਗਿਆ। ਉਸ ਵੇਲੇ ਬੁੱਢੀ ਮਾਤਾ ਨੇ ਬਹੁਤ ਡਾਂਟਿਆ ਤੇ ਕਿਹਾ, ਤੂੰ ਨਹੀਂ ਜਾਣਦਾ ਕਿਹੜੇ ਰੂਪ ਵਿੱਚ ਰੱਬ ਦੀ ਰਹਿਮਤ ਆਉਂਦੀ ਹੈ, ਪਰ ਜਵਾਨ ਹੱਸ ਕੇ ਅੰਦਰ ਚਲਾ ਗਿਆ। ਉਸ ਰਾਤ ਘਰ ਵਿੱਚ ਅਜੀਬ ਘਟਨਾ ਹੋਈ। ਕਾਰੋਬਾਰ ਦੀ ਵੱਡੀ ਡੀਲ ਟੁੱਟ ਗਈ ਅਤੇ ਅਗਲੇ ਹੀ ਦਿਨ ਘਰ ਦੇ ਪੈਸੇ ਫਸ ਗਏ, ਜਿਵੇਂ ਸੁੱਖ ਮੁੜ ਕੇ ਦਰਵਾਜ਼ੇ ਤੋਂ ਵਾਪਸ ਚਲਾ ਗਿਆ ਹੋਵੇ। ਮਾਲਕਣ ਨੂੰ ਉਸ ਕੁੱਤੇ ਦੀ ਯਾਦ ਆਈ ਅਤੇ ਉਸਨੇ ਪਿੰਡ ਵਿੱਚ ਲੱਭਣਾ ਸ਼ੁਰੂ ਕੀਤਾ। ਕਈ ਦਿਨਾਂ ਬਾਅਦ ਉਹ ਕੁੱਤਾ ਉਸਨੂੰ ਖੇਤਾਂ ਦੇ ਨੇੜੇ ਜ਼ਖਮੀ ਮਿਲਿਆ। ਉਸਨੇ ਪਿਆਰ ਨਾਲ ਉਸਦੇ ਜ਼ਖਮ ਸਾਫ਼ ਕੀਤੇ ਤੇ ਰੋਟੀ ਖਵਾਈ। ਉਸ ਵੇਲੇ ਉਸਦੀ ਅੱਖਾਂ ਵਿੱਚ ਹੰਝੂ ਆ ਗਏ ਕਿਉਂਕਿ ਉਸਨੂੰ ਅੰਦਰੋਂ ਅਹਿਸਾਸ ਹੋਇਆ ਕਿ ਮਨੁੱਖ ਅਕਸਰ ਆਪਣੇ ਅਹੰਕਾਰ ਕਰਕੇ ਦਇਆ ਭੁੱਲ ਜਾਂਦਾ ਹੈ। ਉਸੇ ਰਾਤ ਉਸਨੂੰ ਸੁਪਨਾ ਆਇਆ ਜਿਸ ਵਿੱਚ ਇੱਕ ਰੌਸ਼ਨੀ ਵਰਗਾ ਰੂਪ ਉਸਨੂੰ ਕਹਿੰਦਾ ਹੈ ਕਿ ਜਦੋਂ ਵੀ ਕੋਈ ਭੁੱਖਾ ਜੀਵ ਤੇਰੇ ਦਰ ਤੇ ਆਉਂਦਾ ਹੈ, ਉਹ ਸਿਰਫ ਖਾਣਾ ਨਹੀਂ, ਸੇਵਾ ਦਾ ਮੌਕਾ ਲੈ ਕੇ ਆਉਂਦਾ ਹੈ। ਤੇਰੇ ਕਰਮ ਤੇਰੀ ਕਿਸਮਤ ਦਾ ਦਰਵਾਜ਼ਾ ਖੋਲ੍ਹਦੇ ਹਨ। ਸਵੇਰੇ ਉੱਠ ਕੇ ਉਸਨੇ ਘਰ ਦੇ ਸਾਰੇ ਮੈਂਬਰਾਂ ਨੂੰ ਕਿਹਾ ਕਿ ਅੱਜ ਤੋਂ ਕੋਈ ਵੀ ਜੀਵ ਖਾਲੀ ਨਹੀਂ ਜਾਵੇਗਾ ਅਤੇ ਉਹ ਹਰ ਰੋਜ਼ ਗਲੀ ਦੇ ਕੁੱਤਿਆਂ ਪੰਛੀਆਂ ਨੂੰ ਖਾਣਾ ਪਾਉਣ ਲੱਗ ਪਈ। ਹੌਲੀ ਹੌਲੀ ਘਰ ਵਿੱਚ ਮੁੜ ਸੁੱਖ ਆਉਣ ਲੱਗਾ, ਪਰ ਕਹਾਣੀ ਇੱਥੇ ਖਤਮ ਨਹੀਂ ਹੁੰਦੀ ਕਿਉਂਕਿ ਪਿੰਡ ਵਿੱਚ ਹੀ ਇੱਕ ਹੋਰ ਪਰਿਵਾਰ ਸੀ ਜੋ ਇਹ ਸਭ ਦੇਖ ਕੇ ਹੱਸਦਾ ਸੀ। ਉਹ ਕਹਿੰਦੇ ਸਨ ਕਿ ਜਾਨਵਰਾਂ ਨੂੰ ਖਾਣਾ ਪਾਉਣ ਨਾਲ ਕੀ ਕਿਸਮਤ ਬਦਲਦੀ ਹੈ, ਪਰ ਕਈ ਵਾਰੀ ਕੱਕਾ ਉਡਾਰਤ ਮਨੁੱਖ ਨੂੰ ਸਮਝਾਉਣ ਲਈ ਸਮਾਂ ਲੈਂਦੀ ਹੈ। ਇੱਕ ਦਿਨ ਉਸ ਘਰ ਦੇ ਦਰਵਾਜ਼ੇ ਤੇ ਵੀ ਇੱਕ ਕਾਲਾ ਕੁੱਤਾ ਆ ਕੇ ਬੈਠ ਗਿਆ। ਉਹ ਬੜਾ ਸ਼ਾਂਤ ਸੀ, ਨਾ ਭੌਂਕਦਾ ਸੀ ਨਾ ਹਿਲਦਾ ਸੀ, ਸਿਰਫ ਦਰਵਾਜ਼ੇ ਵੱਲ ਤੱਕਦਾ ਸੀ। ਘਰ ਦੀ ਮਾਲਕਣ ਨੇ ਉਸ ਨੂੰ ਵੇਖ ਕੇ ਨਫ਼ਰਤ ਨਾਲ ਪਾਣੀ ਸੁੱਟ ਦਿੱਤਾ ਤੇ ਕਿਹਾ, ਦੂਰ ਹੋ ਜਾ, ਪਰ ਉਹ ਕੁੱਤਾ ਕੁਝ ਪਲ ਖੜਾ ਰਿਹਾ ਜਿਵੇਂ ਕੁਝ ਕਹਿਣਾ ਚਾਹੁੰਦਾ ਹੋਵੇ, ਫਿਰ ਹੌਲੀ ਹੌਲੀ ਮੁੜ ਗਿਆ। ਉਸੇ ਹਫ਼ਤੇ ਘਰ ਵਿੱਚ ਅਚਾਨਕ ਨੁਕਸਾਨ ਹੋ ਗਿਆ। ਖੇਤ ਦੀ ਫਸਲ ਸੜ ਗਈ ਅਤੇ ਘਰ ਦੇ ਮੁੱਖ ਕਮਾਉਣ ਵਾਲੇ ਨੂੰ ਬਿਮਾਰੀ ਲੱਗ ਗਈ। ਲੋਕ ਕਹਿੰਦੇ ਸਨ ਇਹ ਸਿਰਫ ਇਤਫਾਕ ਹੈ, ਪਰ ਬੁੱਢਾ ਗੁਰਮੁਖ ਕਹਿੰਦਾ ਸੀ ਕਿ ਇਤਫਾਕ ਨਹੀਂ, ਕਰਮਾਂ ਦੀ ਪਰਛਾਂ ਹੁੰਦੀ ਹੈ। ਸਮਾਂ ਬੀਤਦਾ ਗਿਆ ਅਤੇ ਇੱਕ ਦਿਨ ਦੋਵੇਂ ਪਰਿਵਾਰ ਇੱਕੋ ਜਗ੍ਹਾ ਮਿਲੇ। ਜਦ ਪਿੰਡ ਵਿੱਚ ਇੱਕ ਸੰਤ ਆਏ ਹੋਏ ਸਨ, ਉਹਨਾਂ ਨੇ ਸਿਰਫ ਇੱਕ ਗੱਲ ਕਹੀ ਕਿ ਮਨੁੱਖ ਦਾ ਦਿਲ ਜਦ ਤੱਕ ਦਇਆ ਨਾਲ ਨਹੀਂ ਭਰਦਾ ਤਦ ਤੱਕ ਅਰਦਾਸ ਵੀ ਅਸਮਾਨ ਤੱਕ ਨਹੀਂ ਪਹੁੰਚਦੀ। ਅਤੇ ਉਸ ਦਿਨ ਤੋਂ ਲੋਕ ਸੋਚਣ ਲੱਗ ਪਏ ਕਿ ਸ਼ਾਇਦ ਬੇਜ਼ਬਾਨ ਜੀਵ ਸੱਚਮੁੱਚ ਸੰਕੇਤ ਲੈ ਕੇ ਆਉਂਦੇ ਹਨ। ਪਰ ਸਾਧ ਸੰਗਤ ਜੀ, ਅਸਲ ਭੇਦ ਤਾਂ ਅਜੇ ਖੁੱਲ੍ਹਣਾ ਬਾਕੀ ਸੀ, ਕਿਉਂਕਿ ਕੁਝ ਸਮੇਂ ਬਾਅਦ ਪਿੰਡ ਵਿੱਚ ਇੱਕ ਅਜਿਹੀ ਘਟਨਾ ਹੋਈ ਜਿਸ ਨੇ ਸਾਰਿਆਂ ਦੀ ਸੋਚ ਹੀ ਬਦਲ ਦਿੱਤੀ। ਜਦੋਂ ਉਹੀ ਜ਼ਖਮੀ ਕੁੱਤਾ ਮੁੜ ਇੱਕ ਰਾਤ ਉਸ ਪਹਿਲੇ ਘਰ ਦੇ ਦਰਵਾਜ਼ੇ ਉੱਤੇ ਆਇਆ, ਪਰ ਇਸ ਵਾਰ ਉਹ ਇਕੱਲਾ ਨਹੀਂ ਸੀ। ਉਸ ਦੇ ਪਿੱਛੇ ਇੱਕ ਹੋਰ ਅਜੀਬ ਰਾਜ਼ ਲੁਕਿਆ ਹੋਇਆ ਸੀ ਜਿਸ ਨੇ ਸਿਰਫ ਉਸ ਪਰਿਵਾਰ ਦੀ ਨਹੀਂ, ਸਾਰੇ ਪਿੰਡ ਦੀ ਕਿਸਮਤ ਨੂੰ ਬਦਲ ਦੇਣਾ ਸੀ। ਅਤੇ ਜਦੋਂ ਸਵੇਰ ਹੋਈ ਤਾਂ ਦਰਵਾਜ਼ੇ ਅੱਗੇ ਜੋ ਦ੍ਰਿਸ਼ ਸੀ ਉਸ ਨੂੰ ਵੇਖ ਕੇ ਹਰ ਕੋਈ ਹੈਰਾਨ ਰਹਿ ਗਿਆ, ਕਿਉਂਕਿ ਉਹ ਸਿਰਫ ਇੱਕ ਕੁੱਤਾ ਨਹੀਂ ਸੀ, ਸਗੋਂ
ਸਕਾ ਉਡਾਰਦਾ ਅਜਿਹਾ ਸੰਦੇਸ਼ ਸੀ ਜਿਸ ਦਾ ਅਸਲ ਅਰਥ ਸਮਝਣ ਲਈ ਹਾਲੇ ਹੋਰ ਪਰਖ ਆਉਣੀ ਸੀ। ਸਵੇਰ ਦੀ ਪਹਿਲੀ ਕਿਰਨ ਜਿਵੇਂ ਹੀ ਅੰਗਣ ਵਿੱਚ ਡਿੱਗੀ ਤਾਂ ਘਰ ਦੀ ਮਾਲਕਣ ਨੇ ਦਰਵਾਜ਼ਾ ਖੋਲ੍ਹਿਆ ਅਤੇ ਜੋ ਦਰਿਸ਼ ਉਸ ਦੀ ਅੱਖਾਂ ਅੱਗੇ ਸੀ ਉਹ ਦੇਖ ਕੇ ਉਸ ਦਾ ਦਿਲ ਧੱਕ ਨਾਲ ਰਹਿ ਗਿਆ, ਕਿਉਂਕਿ ਕੱਲ ਰਾਤ ਆਇਆ ਉਹੀ ਜ਼ਖਮੀ ਕੁੱਤਾ ਚੁੱਪਚਾਪ ਦਹਿਲੀਜ਼ ਦੇ ਕੋਲ ਲੰਬਾ ਪਿਆ ਸੀ, ਪਰ ਉਸ ਦੇ ਕੋਲ ਮਿੱਟੀ ਨਾਲ ਲਿਪਟਿਆ ਇੱਕ ਛੋਟਾ ਜਿਹਾ ਕੱਪੜੇ ਦਾ ਪੁੱਲਾ ਵੀ ਪਿਆ ਸੀ ਜਿਸ ਵਿੱਚੋਂ ਹੌਲੀ-ਹੌਲੀ ਰੋਣ ਦੀ ਆਵਾਜ਼ ਆ ਰਹੀ ਸੀ। ਮਾਲਕਣ ਘਬਰਾ ਗਈ। ਉਸਨੇ ਤੁਰੰਤ ਪੁੱਲਾ ਚੁੱਕਿਆ ਤਾਂ ਅੰਦਰ ਇੱਕ ਨਵਜੰਮਾ ਬੱਚਾ ਸੀ ਜੋ ਠੰਡੀ ਰਾਤ ਵਿੱਚ ਕੰਬਦਾ ਹੋਇਆ ਜ਼ਿੰਦਗੀ ਨਾਲ ਜੂਝ ਰਿਹਾ ਸੀ। ਘਰ ਦੇ ਸਾਰੇ ਲੋਕ ਇਕੱਠੇ ਹੋ ਗਏ। ਕਿਸੇ ਨੂੰ ਸਮਝ ਨਾ ਆਇਆ ਇਹ ਬੱਚਾ ਇੱਥੇ ਕਿਵੇਂ ਆਇਆ, ਪਰ ਸਭ ਤੋਂ ਅਜੀਬ ਗੱਲ ਇਹ ਸੀ ਕਿ ਕੁੱਤਾ ਆਪਣੇ ਜ਼ਖਮੀ ਸਰੀਰ ਦੇ ਬਾਵਜੂਦ ਉਸ ਪੁੱਲੇ ਉੱਤੇ ਸਾਰੀ ਰਾਤ ਪਹਿਰਾ ਦੇ ਕੇ ਬੈਠਾ ਰਿਹਾ ਸੀ, ਜਿਵੇਂ ਕਿਸੇ ਨੇ ਉਸ ਨੂੰ ਇਹ ਜ਼ਿੰਮੇਵਾਰੀ ਦਿੱਤੀ ਹੋਵੇ। ਬੁੱਢੀ ਮਾਤਾ ਦੀਆਂ ਅੱਖਾਂ ਭਰ ਆਈਆਂ। ਉਸਨੇ ਹੱਥ ਜੋੜ ਕੇ ਕਿਹਾ, ਵੇਖੋ ਇਹ ਰੱਬ ਦਾ ਖੇਡ ਹੈ, ਜਿਹੜਾ ਜੀਵ ਅਸੀਂ ਬਚਾਇਆ ਸੀ ਉਹ ਅੱਜ ਕਿਸੇ ਹੋਰ ਦੀ ਜ਼ਿੰਦਗੀ ਬਚਾ ਕੇ ਆਇਆ ਹੈ। ਪਿੰਡ ਵਾਲਿਆਂ ਨੂੰ ਬੁਲਾਇਆ ਗਿਆ ਪਰ ਕੋਈ ਵੀ ਉਸ ਬੱਚੇ ਨੂੰ ਪਛਾਣ ਨਾ ਸਕਿਆ। ਲੱਗਦਾ ਸੀ ਕਿਸੇ ਨੇ ਡਰ ਜਾਂ ਮਜਬੂਰੀ ਵਿੱਚ ਉਸ ਨੂੰ ਛੱਡ ਦਿੱਤਾ ਸੀ। ਘਰ ਦੇ ਮਾਲਕ ਨੇ ਕਿਹਾ, ਪੁਲਿਸ ਨੂੰ ਸੂਚਨਾ ਦਿੰਦੇ ਹਾਂ, ਪਰ ਬੁੱਢੀ ਮਾਤਾ ਨੇ ਹੌਲੀ ਆਵਾਜ਼ ਵਿੱਚ ਕਿਹਾ, ਪਹਿਲਾਂ ਇਸ ਦੀ ਜ਼ਿੰਦਗੀ ਬਚਾਉਣੀ ਜ਼ਰੂਰੀ ਹੈ, ਕਿਉਂਕਿ ਸੇਵਾ ਤੋਂ ਵੱਡਾ ਕੋਈ ਧਰਮ ਨਹੀਂ ਹੁੰਦਾ। ਬੱਚੇ ਨੂੰ ਅੰਦਰ ਲਿਆਂਦਾ ਗਿਆ, ਅੱਗ ਸਾੜੀ ਗਈ, ਦੁੱਧ ਗਰਮ ਕੀਤਾ ਗਿਆ ਅਤੇ ਉਹ ਹੌਲੀ-ਹੌਲੀ ਸ਼ਾਂਤ ਹੋ ਗਿਆ, ਪਰ ਦਰਵਾਜ਼ੇ ਤੇ ਪਿਆ ਕੁੱਤਾ ਅਜੇ ਵੀ ਨਹੀਂ ਉੱਠਿਆ ਸੀ, ਜਿਵੇਂ ਉਸ ਦੀ ਤਾਕਤ ਖਤਮ ਹੋ ਚੁੱਕੀ ਹੋਵੇ। ਜਦ ਜਵਾਨ ਪੁੱਤਰ ਜਿਸਨੇ ਉਸ ਨੂੰ ਪਹਿਲਾ ਪੱਥਰ ਮਾਰਿਆ ਸੀ ਨੇੜੇ ਗਿਆ ਤਾਂ ਉਸ ਦਾ ਦਿਲ ਕੰਬ ਗਿਆ, ਕਿਉਂਕਿ ਕੁੱਤੇ ਦੀਆਂ ਅੱਖਾਂ ਵਿੱਚ ਦਰਦ ਨਹੀਂ ਸਗੋਂ ਸ਼ਾਂਤੀ ਸੀ, ਜਿਵੇਂ ਉਹ ਆਪਣਾ ਕੰਮ ਪੂਰਾ ਕਰ ਚੁੱਕਾ ਹੋਵੇ। ਉਸਨੇ ਪਾਣੀ ਲਿਆ ਕੇ ਉਸਦੇ ਮੂੰਹ ਵਿੱਚ ਪਾਇਆ ਤੇ ਪਹਿਲੀ ਵਾਰ ਸੱਚੇ ਮਨ ਨਾਲ ਮਾਫੀ ਮੰਗੀ। ਉਸ ਵੇਲੇ ਕੁੱਤੇ ਨੇ ਹੌਲੀ ਜਿਹੀ ਪੁੱਛ ਹਿਲਾਈ ਅਤੇ ਅੱਖਾਂ ਬੰਦ ਕਰ ਲਈਆਂ, ਜਿਵੇਂ ਕਹਿ ਰਿਹਾ ਹੋਵੇ ਕਿ ਮਨੁੱਖ ਜਦ ਦਇਆ ਸਿੱਖ ਲੈਂਦਾ ਹੈ ਤਾਂ ਸਭ ਮਾਫ ਹੋ ਜਾਂਦਾ ਹੈ। ਉਸ ਦਿਨ ਘਰ ਵਿੱਚ ਅਜੀਬ ਚੁੱਪ ਸੀ। ਬੱਚੇ ਦੀਆਂ ਕੂਕਾਂ ਅਤੇ ਅਰਦਾਸ ਦੀਆਂ ਧੁਨੀਆਂ ਮਿਲ ਕੇ ਇੱਕ ਅਲੱਗ ਹੀ ਮਾਹੌਲ ਬਣਾ ਰਹੀਆਂ ਸਨ। ਕੁਝ ਦਿਨਾਂ ਬਾਅਦ ਪਤਾ ਲੱਗਾ ਕਿ ਨੇੜਲੇ ਸ਼ਹਿਰ ਵਿੱਚ ਇੱਕ ਗਰੀਬ ਔਰਤ ਦੀ ਮੌਤ ਹੋ ਗਈ ਸੀ ਜਿਸ ਦਾ ਕੋਈ ਸਹਾਰਾ ਨਹੀਂ ਸੀ ਅਤੇ ਸ਼ਾਇਦ ਉਸਨੇ ਮਰਨ ਤੋਂ ਪਹਿਲਾਂ ਆਪਣੇ ਬੱਚੇ ਨੂੰ ਬਚਾਉਣ ਲਈ ਕਿਸੇ ਤਰ੍ਹਾਂ ਪਿੰਡ ਵੱਲ ਭੇਜ ਦਿੱਤਾ ਸੀ, ਪਰ ਕਿਵੇਂ ਉਹ ਕੁੱਤੇ ਤੱਕ ਪਹੁੰਚਿਆ ਇਹ ਕਿਸੇ ਨੂੰ ਸਮਝ ਨਾ ਆਇਆ। ਬੁੱਢੀ ਮਾਤਾ ਕਹਿੰਦੀ ਸੀ, ਰੱਬ ਦੇ ਰਸਤੇ ਮਨੁੱਖੀ ਅਕਲ ਨਾਲ ਨਹੀਂ ਸਮਝੇ ਜਾ ਸਕਦੇ, ਪਰ ਅਸਲੀ ਬਦਲਾਅ ਤਾਂ ਉਸ ਘਰ ਦੇ ਜਵਾਨ ਵਿੱਚ ਆਇਆ ਜੋ ਪਹਿਲਾਂ ਗੁੱਸੇ ਵਾਲਾ ਅਤੇ ਅਹੰਕਾਰੀ ਸੀ। ਹੁਣ ਹਰ ਸਵੇਰ ਉੱਠ ਕੇ ਗਲੀ ਦੇ ਜਾਨਵਰਾਂ ਨੂੰ ਖਾਣਾ ਪਾਉਂਦਾ ਅਤੇ ਚੁੱਪਚਾਪ ਬੈਠ ਕੇ ਸੋਚਦਾ ਕਿ ਜੇ ਉਸ ਦਿਨ ਕੁੱਤਾ ਮਰ ਗਿਆ ਹੁੰਦਾ ਤਾਂ ਇਹ ਬੱਚਾ ਵੀ ਨਾ ਬਚਦਾ। ਸਮਾਂ ਲੰਘਦਾ ਗਿਆ, ਬੱਚਾ ਵੱਡਾ ਹੋਣ ਲੱਗ ਪਿਆ ਅਤੇ ਘਰ ਵਿੱਚ ਖੁਸ਼ੀਆਂ ਵਧਣ ਲੱਗੀਆਂ। ਕਾਰੋਬਾਰ ਵੀ ਚੰਗਾ ਚੱਲਣ ਲੱਗਾ, ਪਰ ਪਿੰਡ ਦੇ ਦੂਜੇ ਘਰ ਵਿੱਚ ਦੁੱਖ ਕੱਟਣ ਦਾ ਨਾਮ ਨਹੀਂ ਲੈਂਦੇ ਸਨ। ਉਹੀ ਪਰਿਵਾਰ ਜਿਸ ਨੇ ਕੁੱਤੇ ਨੂੰ ਪਾਣੀ ਸੁੱਟ ਕੇ ਭਜਾਇਆ ਸੀ ਹੁਣ ਕਰਜ਼ਿਆਂ ਵਿੱਚ ਡੁੱਬ ਗਿਆ ਸੀ ਅਤੇ ਬਿਮਾਰੀ ਨੇ ਉਹਨਾਂ ਦਾ ਪਿੱਛਾ ਨਹੀਂ ਛੱਡਿਆ। ਇੱਕ ਦਿਨ ਉਹ ਘਰ ਦੀ ਮਾਲਕਣ ਵੀ ਬੁੱਢੀ ਮਾਤਾ ਕੋਲ ਆਈ ਅਤੇ ਰੋਂਦੀ ਹੋਈ ਪੁੱਛਣ ਲੱਗੀ ਕਿ ਮੇਰੇ ਘਰੋਂ ਸੁੱਖ ਕਿਉਂ ਚਲਾ ਗਿਆ। ਤਦ ਮਾਤਾ ਨੇ ਕੋਈ ਦੋਸ਼ ਨਾ ਲਾਇਆ, ਸਿਰਫ ਕਿਹਾ, ਦਇਆ ਦਾ ਦਰਵਾਜ਼ਾ ਖੋਲ੍ਹ ਦੇ, ਕਦੇ ਕਿਸੇ ਭੁੱਖੇ ਨੂੰ ਖਾਲੀ ਨਾ ਮੋੜੀ। ਉਸਨੇ ਵੀ ਉਹੀ ਕਰਨਾ ਸ਼ੁਰੂ ਕਰ ਦਿੱਤਾ ਅਤੇ ਹੌਲੀ-ਹੌਲੀ ਉਸਦੇ ਘਰ ਵਿੱਚ ਵੀ ਸੁੱਖ ਆਉਣ ਲੱਗਾ। ਪਿੰਡ ਦੇ ਲੋਕ ਹੁਣ ਇਹ ਗੱਲਾਂ ਨੂੰ ਸੰਕੇਤ ਵਾਂਗ ਦੇਖਣ ਲੱਗ ਪਏ ਕਿ ਕਈ ਵਾਰੀ ਇੱਕ ਛੋਟਾ ਜਿਹਾ ਕਰਮ ਪੀੜ੍ਹੀਆਂ ਦੀ ਕਿਸਮਤ ਬਦਲ ਦਿੰਦਾ ਹੈ। ਪਰ ਇੱਕ ਰਾਤ ਐਸੀ ਆਈ ਜਿਸ ਨੇ ਇਸ ਕਹਾਣੀ ਨੂੰ ਹੋਰ ਡੂੰਘਾ ਮੋੜ ਦੇ ਦਿੱਤਾ, ਕਿਉਂਕਿ ਜਦ ਬੱਚਾ ਲਗਭਗ 5 ਸਾਲ ਦਾ ਹੋਇਆ ਤਾਂ ਉਹ ਅਕਸਰ ਆਂਗਣ ਵਿੱਚ ਇਕੱਲਾ ਖੇਡਦਿਆਂ ਕਿਸੇ ਨਾਲ ਗੱਲਾਂ ਕਰਦਾ ਦਿਖਾਈ ਦਿੰਦਾ ਸੀ। ਉਹ ਹੱਸਦਾ ਵੀ ਸੀ ਅਤੇ ਕਈ ਵਾਰੀ ਜਿਵੇਂ ਕਿਸੇ ਦੇ ਪਿੱਛੇ ਦੌੜਦਾ ਸੀ, ਪਰ ਉੱਥੇ ਕੋਈ ਨਹੀਂ ਹੁੰਦਾ ਸੀ। ਪਹਿਲਾਂ ਤਾਂ ਸਭ ਨੇ ਸੋਚਿਆ ਬੱਚਿਆਂ ਦੀਆਂ ਖੇਡਾਂ ਹੁੰਦੀਆਂ ਹਨ, ਪਰ ਇੱਕ ਦਿਨ ਉਸਨੇ ਮਾਤਾ ਨੂੰ ਕਿਹਾ ਕਿ ਦਰਵਾਜ਼ੇ ਵਾਲਾ ਦੋਸਤ ਮੈਨੂੰ ਸਵੇਰੇ ਜਗਾਉਂਦਾ ਹੈ ਅਤੇ ਕਹਿੰਦਾ ਹੈ, ਨਾਮ ਜਪੋ। ਇਹ ਸੁਣ ਕੇ ਸਭ ਹੈਰਾਨ ਰਹਿ ਗਏ, ਕਿਉਂਕਿ ਉਸਨੇ ਕਦੇ ਉਹ ਕੁੱਤਾ ਨਹੀਂ ਵੇਖਿਆ ਸੀ ਜੋ ਉਸ ਦੀ ਜ਼ਿੰਦਗੀ ਬਚਾ ਕੇ ਗਿਆ ਸੀ। ਉਸ ਰਾਤ ਬੁੱਢੀ ਮਾਤਾ ਨੇ ਦੀਵਾ ਜਲਾ ਕੇ ਅਰਦਾਸ ਕੀਤੀ ਅਤੇ ਉਸ ਨੂੰ ਅੰਦਰੋਂ ਅਹਿਸਾਸ ਹੋਇਆ ਕਿ ਕੁਝ ਰਾਜ਼ ਅਜੇ ਖੁੱਲ੍ਹਣੇ ਬਾਕੀ ਹਨ। ਕੁਝ ਦਿਨਾਂ ਬਾਅਦ ਪਿੰਡ ਵਿੱਚ ਇੱਕ ਸੰਤ ਆਏ ਜਿਨ੍ਹਾਂ ਨੂੰ ਲੋਕ ਬਹੁਤ ਗਿਆਨੀ ਮੰਨਦੇ ਸਨ। ਉਹ ਘਰ ਵੀ ਆਏ ਅਤੇ ਬੱਚੇ ਨੂੰ ਵੇਖਦੇ ਹੀ ਮੁਸਕਰਾ ਪਏ। ਉਹਨਾਂ ਨੇ ਕਿਹਾ, ਇਹ ਸਿਰਫ ਤੁਹਾਡਾ ਪੁੱਤਰ ਨਹੀਂ, ਇਹ ਤੁਹਾਡੇ ਕਰਮਾਂ ਦੀ ਦਾਤ ਹੈ ਅਤੇ ਜਿਹੜਾ ਜੀਵ ਇਸ ਨੂੰ ਲੈ ਕੇ ਆਇਆ ਸੀ ਉਹ ਸਿਰਫ ਜਾਨਵਰ ਨਹੀਂ ਸੀ, ਸੇਵਾ ਦਾ ਦੂਤ ਸੀ। ਸਭ ਚੁੱਪ ਰਹਿ ਗਏ ਕਿਉਂਕਿ ਉਹਨਾਂ ਦੀਆਂ ਰੂਹਾਂ ਤੱਕ ਇਹ ਗੱਲ ਉਤਰ ਗਈ। ਸੰਤ ਨੇ ਹੋਰ ਕੁਝ ਕਹਿਣਾ ਚਾਹਿਆ, ਪਰ ਅਚਾਨਕ ਬੱਚਾ ਦੌੜ ਕੇ ਬਾਹਰ ਗਿਆ ਜਿਵੇਂ ਕਿਸੇ ਨੂੰ ਵੇਖ ਲਿਆ ਹੋਵੇ। ਜਦ ਸਭ ਪਿੱਛੇ ਗਏ ਤਾਂ ਦਰਵਾਜ਼ੇ ਅੱਗੇ ਮਿੱਟੀ ਵਿੱਚ ਤਾਜ਼ੇ ਪੈਰਾਂ ਦੇ ਨਿਸ਼ਾਨ ਸਨ ਜੋ ਕੁੱਤੇ ਵਰਗੇ ਲੱਗਦੇ ਸਨ, ਪਰ ਆਸ-ਪਾਸ ਕੋਈ ਨਹੀਂ ਸੀ। ਹਵਾ ਵਿੱਚ ਅਜੀਬ ਖੁਸ਼ਬੂ ਫੈਲੀ ਹੋਈ ਸੀ ਅਤੇ ਉਸ ਵੇਲੇ ਸੰਤ ਨੇ ਹੌਲੀ ਆਵਾਜ਼ ਵਿੱਚ ਕਿਹਾ, ਕੁਦਰਤ ਕਦੇ ਵੀ ਆਪਣੀ ਰਹਿਮਤ ਵਿਅਰਥ ਨਹੀਂ ਭੇਜਦੀ, ਪਰ ਮਨੁੱਖ ਉਸ ਨੂੰ ਪਛਾਣਨ ਵਿੱਚ ਦੇਰ ਕਰ ਦਿੰਦਾ ਹੈ।
ਉਸ ਦਿਨ ਤੋਂ ਬਾਅਦ ਘਰ ਦੇ ਲੋਕ ਹਰ ਆਉਣ ਵਾਲੇ ਜੀਵ ਨੂੰ ਸਤਿਕਾਰ ਨਾਲ ਵੇਖਣ ਲੱਗ ਪਏ, ਪਰ ਅਸਲੀ ਪਰਖ ਤਾਂ ਅਜੇ ਆਉਣੀ ਸੀ, ਕਿਉਂਕਿ 1 ਸਾਲ ਬਾਅਦ ਪਿੰਡ ਵਿੱਚ ਭਿਆਨਕ ਕਾਲ ਪੈ ਗਿਆ। ਮੀਂਹ ਨਾ ਵਰਿਆ, ਖੇਤ ਸੁੱਕ ਗਏ ਅਤੇ ਲੋਕਾਂ ਦੇ ਘਰਾਂ ਵਿੱਚ ਅਨਾਜ ਖਤਮ ਹੋਣ ਲੱਗਾ। ਤਦ ਹੀ ਇੱਕ ਸ਼ਾਮ ਫਿਰ ਇੱਕ ਅਜਾਣ ਕੁੱਤਾ ਉਸੇ ਦਰਵਾਜ਼ੇ ਤੇ ਆ ਕੇ ਬੈਠ ਗਿਆ, ਪਰ ਇਸ ਵਾਰ ਉਸ ਦੀ ਅੱਖਾਂ ਵਿੱਚ ਬੇਚੈਨੀ ਸੀ, ਜਿਵੇਂ ਉਹ ਕਿਸੇ ਖਤਰੇ ਦੀ ਖਬਰ ਲੈ ਕੇ ਆਇਆ ਹੋਵੇ। ਅਤੇ ਜਦ ਬੱਚੇ ਨੇ ਉਸ ਨੂੰ ਵੇਖਿਆ ਤਾਂ ਉਹ ਅਚਾਨਕ ਕਹਿਣ ਲੱਗਾ, ਮਾਂ ਇਹ ਕਹਿੰਦਾ ਹੈ ਸਾਰੇ ਲੋਕਾਂ ਨੂੰ ਇਕੱਠਾ ਕਰੋ, ਨਹੀਂ ਤਾਂ ਰਾਤ ਨੂੰ ਵੱਡਾ ਸੰਕਟ ਆਵੇਗਾ। ਉਸ ਬੱਚੇ ਦੀ ਗੱਲ ਸੁਣ ਕੇ ਘਰ ਦੇ ਸਾਰੇ ਮੈਂਬਰ ਇੱਕ ਦੂਜੇ ਵੱਲ ਵੇਖਣ ਲੱਗ ਪਏ, ਕਿਉਂਕਿ ਉਸ ਦੀ ਆਵਾਜ਼ ਵਿੱਚ ਡਰ ਨਹੀਂ ਸੀ, ਸਗੋਂ ਇੱਕ ਅਜੀਬ ਯਕੀਨ ਸੀ, ਜਿਵੇਂ ਉਹ ਸੱਚਮੁੱਚ ਕਿਸੇ ਦੀ ਗੱਲ ਸੁਣ ਕੇ ਬੋਲ ਰਿਹਾ ਹੋਵੇ। ਬਾਹਰ ਦਰਵਾਜ਼ੇ ਕੋਲ ਬੈਠਿਆ ਉਹ ਅਜਾਣ ਕੁੱਤਾ ਵਾਰ-ਵਾਰ ਉੱਠਦਾ, ਫਿਰ ਬੈਠ ਜਾਂਦਾ ਅਤੇ ਗਲੀ ਵੱਲ ਤੱਕਦਾ, ਜਿਵੇਂ ਜਲਦੀ ਕਰਨ ਲਈ ਕਹਿ ਰਿਹਾ ਹੋਵੇ। ਬੁੱਢੀ ਮਾਤਾ ਨੇ ਬਿਨਾਂ ਦੇਰ ਕੀਤੇ ਕਿਹਾ ਕਿ ਬੱਚੇ ਦੀ ਗੱਲ ਨੂੰ ਹਲਕਾ ਨਾ ਲਵੋ, ਕਈ ਵਾਰੀ ਪਰਮਾਤਮਾ ਸੰਕੇਤਾਂ ਰਾਹੀਂ ਹੀ ਬਚਾਉਂਦਾ ਹੈ। ਘਰ ਦੇ ਜਵਾਨ ਪੁੱਤਰ ਨੇ ਪਿੰਡ ਵਿੱਚ ਸੂਚਨਾ ਦੇਣੀ ਸ਼ੁਰੂ ਕਰ ਦਿੱਤੀ। ਪਹਿਲਾਂ ਤਾਂ ਲੋਕ ਹੱਸੇ, ਕਹਿੰਦੇ ਇੱਕ ਬੱਚੇ ਤੇ ਕੁੱਤੇ ਦੀ ਗੱਲ ਤੇ ਕੌਣ ਯਕੀਨ ਕਰੇ, ਪਰ ਕੁਝ ਉਹ ਵੀ ਸਨ ਜਿਨ੍ਹਾਂ ਨੇ ਪਹਿਲਾਂ ਵਾਲੀਆਂ ਘਟਨਾਵਾਂ ਵੇਖੀਆਂ ਸਨ। ਉਹ ਡਰ ਗਏ ਅਤੇ ਇਕੱਠੇ ਹੋਣ ਲੱਗ ਪਏ। ਸ਼ਾਮ ਡੁੱਬਦੀ ਗਈ, ਹਵਾ ਵਿੱਚ ਅਜੀਬ ਪਾਰਾਪਣ ਸੀ, ਪੰਛੀ ਵੀ ਜਲਦੀ ਆਪਣੇ ਘੋਂਸਲਿਆਂ ਵਿੱਚ ਲੁਕ ਗਏ ਸਨ ਅਤੇ ਪਸ਼ੂ ਬੇਚੈਨ ਹੋ ਕੇ ਆਵਾਜ਼ਾਂ ਕੱਢ ਰਹੇ ਸਨ, ਜਿਵੇਂ ਕੁਦਰਤ ਆਪ ਹੀ ਕਿਸੇ ਵੱਡੀ ਗੱਲ ਦੀ ਚੇਤਾਵਨੀ ਦੇ ਰਹੀ ਹੋਵੇ। ਜਦ ਪਿੰਡ ਦੇ ਬਹੁਤੇ ਲੋਕ ਗੁਰਦੁਆਰੇ ਦੇ ਆਂਗਣ ਵਿੱਚ ਇਕੱਠੇ ਹੋਏ ਤਾਂ ਅਚਾਨਕ ਦੂਰੋਂ ਕਾਲੇ ਬੱਦਲ ਚੜ੍ਹਦੇ ਦਿਖੇ, ਪਰ ਮੀਂਹ ਵਾਲੇ ਨਹੀਂ, ਸਗੋਂ ਧੂੜ ਦੇ ਤੂਫਾਨ ਵਰਗੇ। ਕੁਝ ਹੀ ਸਮੇਂ ਵਿੱਚ ਆਂधी ਨੇ ਸਾਰਾ ਇਲਾਕਾ ਘੇਰ ਲਿਆ। ਤੇਜ਼ ਹਵਾ ਨਾਲ ਕੱਚੇ ਘਰਾਂ ਦੀਆਂ ਛੱਤਾਂ ਉੱਡਣ ਲੱਗੀਆਂ, ਦਰੱਖਤ ਟੁੱਟਣ ਲੱਗ ਪਏ ਅਤੇ ਜਿਹੜੇ ਲੋਕ ਘਰਾਂ ਵਿੱਚ ਰਹਿ ਗਏ ਸਨ ਉਹ ਚੀਕਾਂ ਮਾਰਦੇ ਬਾਹਰ ਦੌੜੇ। ਗੁਰਦੁਆਰੇ ਦੀ ਮਜ਼ਬੂਤ ਇਮਾਰਤ ਕਰਕੇ ਸਾਰੇ ਲੋਕ ਸੁਰੱਖਿਅਤ ਰਹੇ ਅਤੇ ਉਸ ਵੇਲੇ ਸਭ ਨੂੰ ਸਮਝ ਆ ਗਈ ਕਿ ਜੇ ਉਹ ਪਹਿਲਾਂ ਇਕੱਠੇ ਨਾ ਹੁੰਦੇ ਤਾਂ ਵੱਡਾ ਨੁਕਸਾਨ ਹੋ ਸਕਦਾ ਸੀ। ਤੂਫਾਨ ਰਾਤ ਭਰ ਚੱਲਦਾ ਰਿਹਾ, ਪਰ ਸਵੇਰੇ ਜਦ ਧੂੜ ਬੈਠੀ ਤਾਂ ਪਿੰਡ ਦਾ ਨਜ਼ਾਰਾ ਬਦਲ ਚੁੱਕਾ ਸੀ। ਕਈ ਘਰ ਢਹਿ ਗਏ ਸਨ, ਖੇਤ ਮਿੱਟੀ ਨਾਲ ਢੱਕ ਗਏ ਸਨ, ਪਰ ਜਾਨੀ ਨੁਕਸਾਨ ਘੱਟ ਹੋਇਆ, ਕਿਉਂਕਿ ਜ਼ਿਆਦਾਤਰ ਲੋਕ ਇਕੱਠੇ ਸਨ। ਸਭ ਦੀ ਨਜ਼ਰ ਉਸ ਬੱਚੇ ਤੇ ਉਸ ਕੁੱਤੇ ਨੂੰ ਲੱਭਣ ਲੱਗੀ, ਪਰ ਦਰਵਾਜ਼ੇ ਵਾਲਾ ਕੁੱਤਾ ਕਿਤੇ ਨਹੀਂ ਸੀ, ਜਿਵੇਂ ਆਪਣਾ ਕੰਮ ਕਰਕੇ ਚਲਾ ਗਿਆ ਹੋਵੇ। ਲੋਕ ਹੁਣ ਖੁੱਲ੍ਹ ਕੇ ਕਹਿਣ ਲੱਗ ਪਏ ਕਿ ਇਹ ਸਿਰਫ ਇਤਫਾਕ ਨਹੀਂ ਸੀ, ਕੋਈ ਰਹਿਮਤ ਸੀ ਜਿਸ ਨੇ ਬਚਾਇਆ। ਉਸ ਦਿਨ ਤੋਂ ਬਾਅਦ ਪਿੰਡ ਵਿੱਚ ਇੱਕ ਨਵਾਂ ਰਿਵਾਜ ਬਣ ਗਿਆ। ਹਰ ਘਰ ਦੇ ਬਾਹਰ ਰੋਟੀ ਰੱਖੀ ਜਾਣ ਲੱਗੀ ਤਾਂ ਜੋ ਕੋਈ ਭੁੱਖਾ ਜੀਵ ਖਾਲੀ ਨਾ ਜਾਵੇ। ਸਮਾਂ ਹੌਲੀ-ਹੌਲੀ ਫਿਰ ਚੱਲਣ ਲੱਗਾ, ਪਰ ਕਾਲ ਦੇ ਕਾਰਨ ਅਨਾਜ ਘੱਟ ਸੀ ਅਤੇ ਲੋਕ ਚਿੰਤਾ ਵਿੱਚ ਰਹਿੰਦੇ ਸਨ ਕਿ ਆਉਣ ਵਾਲੀ ਸਰਦੀ ਕਿਵੇਂ ਕੱਟਾਂਗੇ। ਉਸੇ ਵੇਲੇ ਉਹ ਬੱਚਾ ਜਿਸ ਨੂੰ ਸਭ ਹੁਣ ਰੱਬ ਦੀ ਦਾਤ ਕਹਿੰਦੇ ਸਨ, ਅਕਸਰ ਖੇਤਾਂ ਵੱਲ ਜਾਣ ਲੱਗ ਪਿਆ। ਉਹ ਮਿੱਟੀ ਨਾਲ ਖੇਡਦਾ ਅਤੇ ਕਹਿੰਦਾ, ਇੱਥੇ ਪਾਣੀ ਹੈ। ਲੋਕ ਹੱਸਦੇ ਕਿ ਸੁੱਕੀ ਧਰਤੀ ਵਿੱਚ ਕਿੱਥੋਂ ਪਾਣੀ ਆਵੇਗਾ, ਪਰ ਬੁੱਢੀ ਮਾਤਾ ਨੇ ਉਸ ਦੀ ਗੱਲ ਨੂੰ ਹਲਕਾ ਨਾ ਲਿਆ। ਉਸਨੇ ਕੁਝ ਲੋਕਾਂ ਨੂੰ ਨਾਲ ਲੈ ਕੇ ਉਸ ਥਾਂ ਖੁਦਾਈ ਕਰਵਾਈ ਅਤੇ ਕੁਝ ਹੀ ਗਹਿਰਾਈ ਤੇ ਨਮੀ ਮਿਲੀ। ਫਿਰ ਪਾਣੀ ਦੀ ਤਾਰ ਨਿਕਲ ਆਈ, ਜਿਸ ਨਾਲ ਪਿੰਡ ਨੂੰ ਵੱਡਾ ਸਹਾਰਾ ਮਿਲਿਆ। ਹੁਣ ਲੋਕਾਂ ਦਾ ਵਿਸ਼ਵਾਸ ਹੋਰ ਵੱਧ ਗਿਆ ਕਿ ਇਸ ਬੱਚੇ ਨਾਲ ਕੋਈ ਅਦ੍ਰਿਸ਼ਟ ਰਹਿਮਤ ਜੁੜੀ ਹੋਈ ਹੈ। ਪਰ ਜਿੱਥੇ ਚੰਗਾਈ ਹੁੰਦੀ ਹੈ ਉੱਥੇ ਈਰਖਾ ਵੀ ਜਨਮ ਲੈਂਦੀ ਹੈ। ਪਿੰਡ ਦੇ ਬਾਹਰ ਰਹਿਣ ਵਾਲਾ ਇੱਕ ਲਾਲਚੀ ਵਪਾਰੀ ਇਹ ਸਭ ਵੇਖ ਕੇ ਸੋਚਣ ਲੱਗ ਪਿਆ ਕਿ ਜੇ ਇਸ ਬੱਚੇ ਦੀ ਚਰਚਾ ਹੋਰ ਵਧੀ ਤਾਂ ਲੋਕ ਉਸ ਦੀ ਥਾਂ ਇਸ ਪਰਿਵਾਰ ਦੀ ਇੱਜ਼ਤ ਕਰਨਗੇ। ਉਸਨੇ ਚਾਲ ਚੱਲਣੀ ਸ਼ੁਰੂ ਕੀਤੀ। ਉਹ ਲੋਕਾਂ ਨੂੰ ਕਹਿਣ ਲੱਗਾ ਕਿ ਇਹ ਸਿਰਫ ਨਾਟਕ ਹੈ, ਲੋਕਾਂ ਨੂੰ ਭਰਮਾਇਆ ਜਾ ਰਿਹਾ ਹੈ, ਕੁੱਤੇ ਦੀਆਂ ਕਹਾਣੀਆਂ ਬਣਾ ਕੇ ਦਾਨ ਇਕੱਠਾ ਕੀਤਾ ਜਾ ਰਿਹਾ ਹੈ। ਕੁਝ ਕੱਚੇ ਮਨ ਦੇ ਲੋਕ ਉਸ ਦੀ ਗੱਲ ਵਿੱਚ ਆ ਵੀ ਗਏ ਅਤੇ ਪਿੰਡ ਵਿੱਚ ਸ਼ੱਕ ਦਾ ਮਾਹੌਲ ਬਣ ਗਿਆ। ਇੱਕ ਦਿਨ ਉਸਨੇ ਚੁੱਪਚਾਪ ਬੱਚੇ ਨੂੰ ਖੇਤਾਂ ਵੱਲ ਜਾਂਦੇ ਵੇਖਿਆ ਅਤੇ ਉਸਦੇ ਪਿੱਛੇ ਲੱਗ ਗਿਆ। ਜਦ ਬੱਚਾ ਦਰਖਤਾਂ ਦੇ ਨੇੜੇ ਪਹੁੰਚਿਆ ਤਾਂ ਅਚਾਨਕ ਉਹੀ ਕਾਲਾ ਕੁੱਤਾ ਸਾਹਮਣੇ ਆ ਖੜਾ ਹੋਇਆ, ਜਿਸ ਨੂੰ ਕਈ ਲੋਕਾਂ ਨੇ ਤੂਫਾਨ ਵਾਲੀ ਰਾਤ ਵੇਖਿਆ ਸੀ। ਵਪਾਰੀ ਡਰ ਗਿਆ, ਪਰ ਉਸਨੇ ਆਪਣੇ ਆਪ ਨੂੰ ਸੰਭਾਲਿਆ ਅਤੇ ਸੋਚਿਆ ਇਹ ਸਿਰਫ ਜੰਗਲੀ ਜਾਨਵਰ ਹੈ। ਉਸਨੇ ਪੱਥਰ ਚੁੱਕਿਆ, ਪਰ ਕੁੱਤੇ ਨੇ ਸਿਰਫ ਇੱਕ ਵਾਰੀ ਉਸਦੀ ਅੱਖਾਂ ਵਿੱਚ ਵੇਖਿਆ। ਉਸ ਨਜ਼ਰ ਵਿੱਚ ਨਾ ਗੁੱਸਾ ਸੀ ਨਾ ਡਰ, ਸਗੋਂ ਇੱਕ ਅਜੀਬ ਤਾਕਤ ਸੀ। ਵਪਾਰੀ ਦਾ ਹੱਥ ਕੰਬ ਗਿਆ ਅਤੇ ਪੱਥਰ ਹੇਠਾਂ ਡਿੱਗ ਪਿਆ। ਉਸੇ ਸਮੇਂ ਬੱਚੇ ਨੇ ਮੁੜ ਕੇ ਕਿਹਾ, ਚਾਚਾ ਇਸ ਨੂੰ ਨਾ ਮਾਰੋ, ਇਹ ਰਸਤਾ ਦਿਖਾਉਣ ਆਇਆ ਹੈ, ਪਰ ਲਾਲਚ ਅੰਨਾ ਕਰ ਦਿੰਦਾ ਹੈ। ਉਸਨੇ ਬੱਚੇ ਨੂੰ ਡਾਂਟਿਆ ਅਤੇ ਕਿਹਾ ਇਹ ਸਭ ਝੂਠ ਹੈ, ਪਰ ਜਦ ਉਹ ਮੁੜਨ ਲੱਗਾ ਤਾਂ ਉਸਦਾ ਪੈਰ ਖੱਡ ਵਿੱਚ ਫਸ ਗਿਆ ਅਤੇ ਉਹ ਜ਼ੋਰ ਨਾਲ ਡਿੱਗ ਪਿਆ। ਉਸਦੀ ਟੰਗ ਜ਼ਖਮੀ ਹੋ ਗਈ। ਉਹ ਦਰਦ ਨਾਲ ਚੀਕਣ ਲੱਗਾ। ਬੱਚੇ ਨੇ ਦੌੜ ਕੇ ਉਸ ਨੂੰ ਪਾਣੀ ਦਿੱਤਾ ਅਤੇ ਪਿੰਡ ਵਾਲਿਆਂ ਨੂੰ ਬੁਲਾਇਆ। ਉਸ ਦਿਨ ਵਪਾਰੀ ਨੂੰ ਸਮਝ ਆ ਗਿਆ ਕਿ ਜਿਸ ਨੂੰ ਉਹ ਝੂਠ ਕਹਿ ਰਿਹਾ ਸੀ ਉਹੀ ਉਸਦੀ ਜ਼ਿੰਦਗੀ ਬਚਾ ਗਿਆ। ਉਸਨੇ ਸਭ ਦੇ ਸਾਹਮਣੇ ਮਾਫੀ ਮੰਗੀ ਅਤੇ ਕਿਹਾ ਕਿ ਮਨੁੱਖ ਦਾ ਅਹੰਕਾਰ ਹੀ ਸਭ ਤੋਂ ਵੱਡਾ ਅੰਧਕਾਰ ਹੈ। ਪਿੰਡ ਵਿੱਚ ਫਿਰ ਇਕਤਾ ਬਣ ਗਈ, ਪਰ ਰਾਤ ਨੂੰ ਬੁੱਢੀ ਮਾਤਾ ਨੇ ਬੱਚੇ ਨੂੰ ਸੁੱਤੇ ਵੇਖਿਆ ਤਾਂ ਉਸਦੇ ਚਿਹਰੇ ਉੱਤੇ ਅਜੀਬ ਚਮਕ ਸੀ, ਜਿਵੇਂ ਕੋਈ ਰੌਸ਼ਨੀ ਅੰਦਰੋਂ ਨਿਕਲ ਰਹੀ ਹੋਵੇ। ਉਸਨੇ ਅਰਦਾਸ ਕਰਦਿਆਂ ਕਿਹਾ, ਹੈ ਵਾਹਿਗੁਰੂ, ਜੇ ਇਹ ਤੇਰੀ ਦਾਤ ਹੈ ਤਾਂ ਇਸ ਦੀ ਰੱਖਿਆ ਕਰੀ।
ਉਸੇ ਰਾਤ ਉਸ ਨੂੰ ਸੁਪਨਾ ਆਇਆ ਜਿਸ ਵਿੱਚ ਇੱਕ ਵਿਸ਼ਾਲ ਦਰਿਆ ਵਗ ਰਿਹਾ ਸੀ ਅਤੇ ਦਰਿਆ ਦੇ ਪਾਰ ਇੱਕ ਪਰਛਾਂ ਖੜੀ ਸੀ ਜੋ ਕਹਿ ਰਹੀ ਸੀ ਸਮਾਂ ਆਉਣ ਤੇ ਹਰ ਦਾਤ ਆਪਣਾ ਅਸਲ ਮਕਸਦ ਪੂਰਾ ਕਰਦੀ ਹੈ। ਇਸ ਬੱਚੇ ਦਾ ਰਸਤਾ ਹਾਲੇ ਲੰਮਾ ਹੈ। ਸਵੇਰੇ ਉੱਠ ਕੇ ਉਸ ਦਾ ਦਿਲ ਬੇਚੈਨ ਸੀ ਕਿਉਂਕਿ ਸੁਪਨੇ ਦੀ ਆਵਾਜ਼ ਅਜੇ ਵੀ ਕੰਨਾਂ ਵਿੱਚ ਗੂੰਜ ਰਹੀ ਸੀ ਅਤੇ ਉਸੇ ਦਿਨ ਦੁਪਹਿਰ ਵੇਲੇ ਪਿੰਡ ਦੇ ਬਾਹਰੋਂ ਇੱਕ ਅਜਾਣ ਸਾਧੂ ਆਇਆ ਜਿਸ ਦੀ ਨਜ਼ਰ ਸਿੱਧੀ ਉਸ ਘਰ ਵੱਲ ਸੀ ਜਿਵੇਂ ਉਹ ਕਈ ਸਾਲਾਂ ਤੋਂ ਇਸ ਥਾਂ ਨੂੰ ਲੱਭਦਾ ਹੋਵੇ। ਜਦ ਉਹ ਦਰਵਾਜ਼ੇ ਤੇ ਪਹੁੰਚਿਆ ਤਾਂ ਆਂਗਣ ਵਿੱਚ ਖੇਡਦਾ ਬੱਚਾ ਅਚਾਨਕ ਖੜਾ ਹੋ ਗਿਆ ਅਤੇ ਮੁਸਕਰਾ ਕੇ ਕਹਿਣ ਲੱਗਾ, ਤੁਸੀਂ ਆ ਹੀ ਗਏ, ਮੈਂ ਤੁਹਾਡੀ ਉਡੀਕ ਕਰ ਰਿਹਾ ਸੀ। ਅਤੇ ਇਹ ਸੁਣ ਕੇ ਘਰ ਦੇ ਸਾਰੇ ਲੋਕ ਹੈਰਾਨ ਰਹਿ ਗਏ ਕਿਉਂਕਿ ਉਸ ਸਾਧੂ ਦੀਆਂ ਅੱਖਾਂ ਵਿੱਚ ਵੀ ਹੰਝੂ ਆ ਗਏ ਸਨ ਜਿਵੇਂ ਉਹ ਕਿਸੇ ਪੁਰਾਣੇ ਰਾਜ਼ ਨਾਲ ਜੁੜਿਆ ਹੋਵੇ ਅਤੇ ਉਸਨੇ ਹੌਲੀ ਆਵਾਜ਼ ਵਿੱਚ ਕਿਹਾ, ਹੁਣ ਸਮਾਂ ਆ ਗਿਆ ਹੈ ਉਹ ਸੱਚ ਦੱਸਣ ਦਾ ਜਿਸ ਕਰਕੇ ਇਹ ਕੁੱਤਾ ਵਾਰ-ਵਾਰ ਇਸ ਦਰਵਾਜ਼ੇ ਤੇ ਆਉਂਦਾ ਰਿਹਾ। ਪਰ ਜੋ ਉਹ ਦੱਸਣ ਵਾਲਾ ਸੀ ਉਹ ਸਿਰਫ ਇਸ ਪਰਿਵਾਰ ਨਹੀਂ ਸਾਰੇ ਪਿੰਡ ਦੀ ਕਿਸਮਤ ਬਦਲ ਸਕਦਾ ਸੀ।